औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतु लिल मुत्तक़ीन अस्सलातु वस्सलामु अला रसूलिल करीम। दोस्तों अस्सलामु अलैकुम। डॉक्टर नसीर काल हाज़िर CNP न्यूज़ तो। दोस्तों साडे जीबी च गिलगित बल्तिस्तान ਦੇ ਅੰਦਰ ਇਲੈਕਸ਼ਨ ਹੋ ਰਿਹਾ ਵੇ ਔਰ ਸ਼ਾਇਦ ਕੁਝ ਅਰਸੇ ਤੋਂ ਬਾਅਦ ਆਜ਼ਾਦ ਕਸ਼ਮੀਰ 'ਚ ਵੀ ਹੋਏਗਾ। ਲੇਕਿਨ ਉੱਥੇ ਜੋ ਹੁਕੂਮਤ ਕਰ ਰਹੀ ਆ ਇੰਤਹਾਈ ਕਾਬਿਲ ਮੁਜ਼ੰਮਤ ਵੀ ਹੈ, ਇੰਤਹਾਈ ਕਾਬਿਲ ਸ਼ਰਮ ਵੀ ਹੈ। ਕਿ ਦੇਖੋ ਇਲੈਕਸ਼ਨ ਦਾ ਮਤਲਬ ਹੁੰਦਾ ਕਿ ਹਰ ਬੰਦਾ ਆਪਣੀ ਮਰਜ਼ੀ ਨਾਲ ਜਿੱਦਾਂ ਵੋਟਰ ਆ ਉਹ ਜਿਹੜੀ ਪਾਰਟੀ ਨੂੰ ਪਸੰਦ ਕਰਦਾ ਉਹਨੂੰ ਵੋਟ ਦੇਗਾ। ਨੰਬਰ 1। ਨੰਬਰ 2, ਔਰ ਜ਼ਾਬਤਾ ਅਖਲਾਕ ਦੇ ਅੰਦਰ ਰਹਿੰਦਿਆਂ ਹੋਇਆਂ ਪਾਰਟੀਆਂ ਆਪਣੇ ਆਪਣੇ ਵੋਟਿੰਗ ਵਾਸਤੇ ਲਾਬਿੰਗ ਕਰਨਗੀਆਂ, ਵੋਟ ਮੰਗਣਗੀਆਂ, ਖਾ ਉਹ ਜਲਸੇ ਕਰਨ, ਖਾ ਉਹ ਛੋਟੀਆਂ ਰੈਲੀਆਂ ਕਰਨ, ਖਾ ਜੋ ਵੀ ਮਤਲਬ ਕਾਨੂੰਨ ਦੇ ਅੰਦਰ ਰਹਿੰਦੇ ਹੋਇਆ ਉਹਨੂੰ ਕਰਨਾ ਚਾਹੀਦਾ ਔਰ ਕਾਨੂੰਨ ਨੇ ਇਜਾਜ਼ਤ ਵੀ ਦਿੱਤੀ ਹੈ। ਲੇਕਿਨ ਕੱਲ ਜਾਂ ਪਰਸੋਂ ਦਾ ਮੈਂ ਦੇਖ ਰਿਹਾ ਸਾਂ ਕਿ ਇੱਕ ਤੇ ਜਿਹੜਾ ਹੈ ਆਪਣੇ KPK ਦੇ ਸਦਰ ਸੀ ਜਾਂ ਸੈਕਟਰੀ ਆ PTI ਦੇ, ਉਹਨੂੰ KPK ਤੋਂ ਪੁਲਿਸ ਨੇ ਚੁੱਕ ਕੇ ਬਾਹਰ ਕੱਢਤਾ। ਪਹਿਲਾਂ ਗ੍ਰਿਫਤਾਰ ਕੀਤਾ, ਫਿਰ ਬਾਹਰ ਉਹਨੂੰ ਸੂਬਾ ਬਦਰ ਕਰ ਦਿੱਤਾ। ਔਰ ਇਸੇ ਤਰ੍ਹਾਂ ਹੀ ਕੱਲ ਜਿਹੜੇ ਸਾਬਕਾ ਸਪੀਕਰ ਨੇ ਸਾਡੇ PTI ਦੇ, ਉਹਨਾਂ ਨੂੰ ਜਨਾਬ ਸਾਡੀ ਪੰਜਾਬ ਪੁਲਿਸ ਨੇ ਬਕੌਲ ਉਹਨਾਂ ਦੇ, ਪਤਾ ਨਹੀਂ ਹੁਣ ਇਹ ਸਹੀ ਆ ਗਲਤ ਆ, 에ਅਰਪੋਰਟ 'ਚ ਦਾਖਲ ਹੀ ਨਹੀਂ ਹੋਣ ਦਿੱਤਾ। ਹਾਲਾਂਕਿ ਅਗਰ ਇਹ ਲੋਕ ਜਾ ਕੇ ਆਪਣੇ ਕੰਪੇਨ ਕਰਨਗੇ ਤੇ ਫਿਰ ਕੀ ਫਰਕ ਪਏਗਾ? ਕਿਉਂ ਕਰਨੀ ਚਾਹੀਦੀ ਹੈ ਕੰਪੇਨ? ਉਹਨਾਂ ਨੂੰ ਹੱਕ ਹਾਸਲ ਹੈ ਆਪਣੇ ਆਵਾਮ को ਜਾਣ, ਆਪਣੇ ਆਵਾਮ ਨੂੰ ਮਿਲਣ, उन्हें कोई कदगन नहीं। अगर नून लीग और पीपल्स पार्टी नून कोई पाबंदी नहीं है तो इन्हें तो पाबंदी भी बड़ी गैर अखलाकी भी है, गैर कानूनी भी है। बहरहाल हुकूमत जो कर रही है मुनासिब नहीं है। उसकी वजह यह है कि हुकूमत ने 4 दिन की चांदनी फिर अंधेरी रात अज हुकूमत ने, कल पता नहीं कितने होंगे। दूसरे नंबर पर इंडिया इस चीज़ के उत्ते बहुत प्रोपेगेंडा कर रहा सिर्फ इस इशू ਨੂੰ ਲੈ ਕੇ ਕਿ ਦੇਖੋ ਜੀ ਇਹ ਦਾਅਵੇਦਾਰ ਨੇ, ਇਹ ਕਹਿੰਦੇ ਆ ਕਿ ਮਕਬੂਜ਼ਾ ਕਸ਼ਮੀਰ 'ਚ ਬੜਾ ਜ਼ੁਲਮ ਸਤਮ ਹੋ ਰਿਹਾ। ਇਹ ਆਪਣੇ ਸਾਡਾ ਉਹ ਸਾਡੇ ਗਿਲਗਿਤ ਬਲਤਿਸਤਾਨ ਔਰ ਆਜ਼ਾਦ ਕਸ਼ਮੀਰ ਨੂੰ ਉਹ ਸਾਡਾ ਮਕਬੂਜ਼ਾ ਕਹਿੰਦੇ ਨੇ। ਮਤਲਬ ਉਹ ਆਪਣੇ ਨੂੰ ਆਜ਼ਾਦ ਕਸ਼ਮੀਰ ਉਹ ਕਹਿੰਦੇ ਨੇ ਔਰ ਸਾਡੇ ਨੂੰ ਮਕਬੂਜ਼ਾ ਕਹਿੰਦੇ। ਜਿਸ ਤਰ੍ਹਾਂ ਅਸੀਂ ਆਪਣੇ ਨੂੰ ਆਜ਼ਾਦ ਕਸ਼ਮੀਰ ਕਹਿੰਦੇ, ਉਹਨਾਂ ਨੂੰ ਮਕਬੂਜ਼ਾ ਕਹਿੰਦੇ ਆ। ਉਹ ਕਹਿੰਦੇ ਆ ਜੀ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ਔਰ ਗਿਲਗਿਤ ਬਲਤਿਸਤਾਨ ਦੇ ਅੰਦਰ भी बड़ा जुल्म सितम हो रहा, बहुत कुछ हो रहा। और ये सारे का सारा ये जिन्ना बलेम आ या जिन्ना प्रोपेगेंडा वा इहदा चांस कौन दे रहा? असी खुद दे रहे हैं। अगर असी इस हद तक ना जाइए और ना इस तरह के कोई काम करिए तो उन्होंने प्रोपेगेंडा करने का कोई मौका ना मिले और ना ही कोई प्रोपेगेंडा करने वास्ते उन्होंने कोई जवाब या इशू हो। अच्छा हुण मैं हैरान हाँ कि जिस तरह 8 फरवरी ਨੂੰ ਇਲੈਕਸ਼ਨ ਹੋਏ ਸੀ ਤੇ ਉਹਦੇ ਉੱਤੇ ਹੁਣ ਤੱਕ ਵੀ 45 ਔਰ 47 ਦਾ ਰੇੜਕਾ ਚੱਲ ਰਿਹਾ ਕਿ 45 ਫਾਰਮ ਕੁਝ ਸੀ, 47 ਫਾਰਮ ਕੁਝ ਸੀ। ਹੁਣ ਇੱਕ ਨਵਾਂ ਕੋਟਾ ਖੁੱਲ ਗਿਆ ਵੇ ਕਿ ਅੱਗੇ ਤੇ ਹੇਰਾ ਫੇਰੀ ਹੁੰਦੀ ਨਾ ਵੋਟਾਂ ਦੇ ਹਿਸਾਬ ਨਾਲ, ਕੋਈ ਥੋੜੇ ਵੋਟ ਘੱਟ ਕਰ ਲਓ ਜਾਂ ਵੱਧ ਕਰ ਲਓ। ਹੁਣ ਇੱਕ ਨਵੀਂ ਇਸ਼ੂ ਸਾਹਮਣੇ ਆ ਗਿਆ ਕਿ ਫਾਰਮ ਹੀ ਤਬਦੀਲ ਕਰ ਦਿਓ। 45 ਜੋ ਮਰਜ਼ੀ ਕਹੀ ਜਾਏ, 47 ਫਾਰਮ ਲਿਆ ਕੇ ਜਿਹਨੂੰ ਮਰਜ਼ੀ ਹਰੇ ਨੂੰ ਜਿਤਾ ਦਿਓ, ਜਿਤਾਏ ਨੂੰ ਹਰਾ ਦਿਓ, ਜੋ ਮਰਜ਼ੀ ਕਰ ਲਓ। ਦੇਖੋ ਇਸ ਤੋਂ ਬਹੁਤ ਬਿਹਤਰ ਹੈ ਕਿ ਜਮਹੂਰੀਅਤ ਵੈਸੇ ਹੀ ਨਾ ਮੁਲਕ 'ਚ ਬਾਦਸ਼ਾਹੀ ਨਿਜ਼ਾਮ ਆ ਜਾਏ, ਸਦਾਰਤੀ ਨਿਜ਼ਾਮ ਆ ਜਾਏ, ਨਾ ਕੋਈ ਇਸ ਤਰ੍ਹਾਂ ਦਾ ਹੇਰਾ ਫੇਰੀ ਕਰਨ ਦੀ ਜ਼ਰੂਰਤ ਪਵੇ ਤੇ ਨਾ ਸਾਨੂੰ ਬਦਨਾਮ ਹੋਣ ਦੀ ਜ਼ਰੂਰਤ ਪਵੇ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਕौवा चला हंस की चाल अपनी भी भूल गया। यानी ਅਸੀਂ ਜਮਹੂਰੀਅਤ ਦਾ ਨਾਂ ਲੈ ਕੇ ਮੁਲਕ 'ਚ ਡਿਕਟੇਟਰਸ਼ਿਪ ਜਾਂ ਬਾਦਸ਼ਾਹੀ ਨਿਜ਼ਾਮ ਜਿਹੜਾ ਉਹਨੂੰ ਚਲਾ ਰਹੇ ਆ ਔਰ ਇਹਦਾ ਖਾਮਖਾ ਦੁਨੀਆ ਦੇ ਅੰਦਰ ਬਦਨਾਮੀ ਵੀ ਹੋ ਰਹੀ ਆ ਔਰ ਉਹਦੇ ਮੁਲਕ ਦੇ ਉੱਤੇ ਬੜੇ ਅਜੀਬੋ ਗਰੀਬ ਤਰ੍ਹਾਂ ਦੇ ਤਨਜ਼ ਵੀ ਹੁੰਦੀ ਆ ਔਰ ਨਜ਼ਰ ਵੀ ਅਜੀਬੋ ਗਰੀਬ ਨਾਲ ਲੋਕ ਦੇਖਦੇ ਨੇ। ਤੁਸੀਂ ਦੇਖੋ ਬਹੁਤ ਸਾਰੇ ਮੁਲਕ ਇੱਥੇ ਨੇ ਜਿੱਥੇ ਸਦਾਰਤੀ ਨਿਜ਼ਾਮ ਆ, ਬਹੁਤ ਸਾਰੇ ਮੁਲਕ ਦੇ 'ਚ ਬਾਦਸ਼ਾਹੀ ਨਿਜ਼ਾਮ ਆ। ਇਹਦੇ ਨਾਲੋਂ ਤਾਂ ਬਿਹਤਰ ਹੈ ਕੋਈ ਬਾਦਸ਼ਾਹ ਬਣ ਜਾਏ ਜਾਂ ਕੋਈ ਸਦਰ ਬਣ ਜਾਏ ਤਾਂ ਕਿ ਇਹ ਨਿਜ਼ਾਮ ਇਸ ਤਰ੍ਹਾਂ ਦਾ ਹੋਵੇ ਹੀ ਨਾ ਔਰ ਨਾ ਸਾਡੇ ਉੱਤੇ ਤੁਹਮਤਾਂ ਲੱਗਣ, ਨਾ ਸਾਡੇ ਉੱਤੇ ਇਲਜ਼ਾਮਾਤ ਲੱਗਣ ਔਰ ਨਾ ਸਾਡੀ ਬਦਨਾਮੀ ਹੋਵੇ। ਲੇਕਿਨ ਪਤਾ ਨਹੀਂ ਸਾਡੇ ਮੁਕਤਦਰੀਆਂ ਨੂੰ ਕੀ ਮਾਮਲਾਤ ਨੇ, ਕਿਉਂ ਉਹ ਸਾਨੂੰ ਸਿੱਧੇ ਰਸਤੇ ਮੁਲਕ ਨੂੰ ਕਿਉਂ ਨਹੀਂ ਚੱਲਣ ਦੇਣਾ ਚਾਹੁੰਦੇ, ਕਿਉਂ ਉਹਦੇ 'ਚ ਪ੍ਰੋਬਲਮ ਆ ਰਿਹਾ ਹੋਵੇ ਔਰ ਦੁਨੀਆ ਦੇ ਵਿੱਚ ਅਸੀਂ ਖਾਮਖਾ ਬਦਨਾਮੀ ਖੱਟਣ ਡਏ ਆ।
ਇਹ 45 47 ਫਾਰਮ ਤੋਂ ਮੈਨੂੰ ਯਾਦ ਇੱਕ ਹੋਰ ਵਾਕਿਆ ਛੋਟਾ ਜਿਹਾ ਆ ਗਿਆ ਕਿ ਹੁਣ ਤੇ ਉਹ ਬਟੇਰਾ ਹੱਥ ਆ ਗਿਆ ਹਕੂਮਤ ਦੇ। ਜਦੋਂ ਮਰਜ਼ੀ ਹੁਣ ਜਿੱਥੇ ਵੀ ਉਹਨਾਂ ਕਰਨਾ ਆਰਾਮ ਨਾਲ ਸਿੱਧਾ ਸਿੱਧਾ ਇਹ ਰਾਬੇ ਦੀ ਕਰਨ ਦੀ ਜ਼ਰੂਰਤ ਹੀ ਨਹੀਂ ਆ, ਵੋਟ ਕਿਸੇ ਦੀ ਜ਼ਰੂਰਤ ਹੀ ਨਹੀਂ ਆ, ਜੋ ਮਰਜ਼ੀ ਫਾਰਮ ਬਣਾਇਆ ਸਲਾਮ ਅਲੈਕੁਮ ਤੇ ਛੱਡਿਆ। ਕਿ ਅਦਾਲਤਾਂ ਵੀ ਅੱਲਾ ਦੇ ਫਜ਼ਲ ਨਾਲ ਹੁਣ ਆਈਨੀ ਅਦਾਲਤਾਂ ਨੇ, ਅੱਗੇ ਹੈ ਸੀ ਸਾਦਾ ਅਦਾਲਤਾਂ, ਹੁਣ ਆਈਨੀ ਅਦਾਲਤਾਂ ਯਾਨੀ ਲੋਹੇ ਦੀਆਂ ਅਦਾਲਤਾਂ ਬਣ ਗਈਆਂ ਨੇ। ਤੇ ਅੱਲਾਹ ਤਾਲਾ ਖੈਰ ਕਰੇ ਮੇਰੇ ਮੁਲਕ ਤੇ। ਅੱਲਾਹ ਹਾਫਿਜ਼। अस्सलाम वालेकुम।